ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਧਨ ਹੋ ਥਾਨ ਗੋਬਿੰਦ ਗੁਣ ਗਾਏ। ਕੁਸਲ ਖੇਮ ਪ੍ਰਭ ਆਪ ਵਸਾਏ। ਧਨ ਇਹੋ ਥਾਨ ਗੋਬਿੰਦ ਗੁਣ ਗਾਏ। ਕੁਸਲ ਖੇਮ ਪ੍ਰਭ ਆਪ ਵਸਾਏ। ਬੈਪਤ ਤਾਂ ਜਹਾਂ ਹਰ ਸਿਮਰਨ ਨਾਹੀ। ਕੋਟ ਆਨੰਦ ਜਹ ਹਰ ਗੁਣ ਗਾਈ। ਹਰ ਬਿਸਰਿਐ ਦੁਖ ਰੋਗ ਕਨੇਰੇ। ਪ੍ਰਭ ਸੇਵਾ ਜਮ ਲਗੈ ਨਾਨੇਰੇ। ਸੋ ਬੜ ਭਾਗੀ ਨਿਹਚਲ ਤਾਨ। ਜੈ ਜਪੀਐ ਪ੍ਰਭ ਕੇਵਲ ਨਾਮ। ਜੈ ਜਾਈਐ ਤੈ ਨਾਲ ਮੇਰਾ ਸੁਆਮੀ। ਨਾਨਕ ਕਉ ਮਿਲਿਆ ਅੰਤਰਜਾਮੀ। ਜੈ ਜਾਈਐ ਤੈ ਨਾਲ ਮੇਰਾ ਸੁਆਮੀ। ਨਾਨਕ ਕਉ ਮਿਲਿਆ ਅੰਤਰਜਾਮੀ। ਸ੍ਰੀ ਵਾਹਿਗੁਰੂ ਜੀ। ਮਨ ਹਰਿ ਹਰਿ ਜਪਨ ਕਰੇ। ਹਰਿ ਗੁਰ ਸਰਣਾਈ ਭਜ ਪਉ। ਜੇਂਦੂ ਸਭ ਕਿਲ ਵਿਖ ਦੁਖ ਪਰ ਹਰੇ। ਸਤਿਗੁਰੂ ਸੋਢੀ ਸੁਲਤਾਨ ਗੁਰੂਦੇਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਮਨ ਹਰਿ ਹਰਿ ਜਪਨ ਕਰੇ। ਹੇ ਪਿਆਰੇ, ਮਨ ਕਰਕੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜ। ਹਰ ਗੁਰ ਸਰਣਾਈ ਭਜ ਪਉ। ਜੇਦੋਂ ਸਭ ਕਿਲ ਵਿਖ ਦੁਖ ਪਰ। ਕਿ ਮੇਰੀ ਬੁੱਧੀ ਦੌੜ ਕੇ ਜੋ ਵੱਡਾ ਸਮਰੱਥ ਮੇਰਾ ਵਾਹਿਗੁਰੂ ਹੈ ਦੀ ਸ਼ਰਨ ਨੂੰ ਪ੍ਰਾਪਤ ਹੋ।
ਦੇਰੀ ਨਾ ਕਰ। ਫਿਰ ਕੀ ਲਾਭ ਤੇ ਕੀ ਲਾਹਾ ਮਿਲੇਗਾ? ਪਾਤਸ਼ਾਹ ਫਰਮਾਉਂਦੇ ਨੇ, ਸਭ ਕਿਲ ਵਿਖ ਦੁੱਖ ਪਰ ਖਾਰੇ। ਅਤੀ ਪਾਪ ਦੁੱਖ ਸਭ ਤੇਰੇ ਦੂਰ ਕਰ ਦਵੇਗਾ। ਤੇਰੇ ਪਾਪ ਦੁੱਖ ਖੰਡਨ ਹੋ ਜਾਵਣਗੇ ਜੇ ਤੂੰ ਗੁਰੂ ਦੀ ਸ਼ਰਨ ਲੈ ਲਵੇਂ। ਬੇਨਤੀ ਕੀਤੀ ਸਤਿਗੁਰਾਂ ਅੱਗੇ, ਸੱਚੇ ਪਾਤਸ਼ਾਹ ਗਰੀਬ ਨਵਾਜ, ਜੀਵ ਜਿਸ ਦੀ ਸ਼ਰਨ ਨੂੰ ਪ੍ਰਾਪਤ ਹੋਵੇ ਸੋ ਕਿੱਥੇ ਰਹਿੰਦਾ ਹੈ? ਪਾਤਸ਼ਾਹ ਫਰਮਾਉਂਦੇ ਨੇ, ਘਟ ਘਟ ਰਮਈਆ ਮਨ ਵਸੈ, ਕਿਉ ਪਾਈਐ ਕਿਤ ਭਾਤੋ। ਘਟ ਘਟ ਰਮਈਆ ਮਨ ਵਸੈ, ਕਿਉ ਪਾਈਐ ਕਿਤ ਭਤ। ਹਰ ਇੱਕ ਸਰੀਰ ਦੇ ਅੰਦਰ ਬੈਠਾ ਹੈ, ਮਨ ਵਿੱਚ ਸੋ ਪਰਮੇਸ਼ਰ ਵਿਆਪਕ ਸਰੂਪ ਹੋ ਕੇ ਵਸਦਾ। ਇਸ ਪਰਮੇਸ਼ਰ ਨੂੰ ਕਿਵੇਂ ਪਾਈਏ? ਕੀਰਤੀ ਕੀ ਭਾਂਤ ਕਰਕੇ ਪਾਈਦਾ। ਭਾਵੇਂ ਕਿ ਜਦ ਪਰਮੇਸ਼ਰ ਦਾ ਜਸ ਉਚਾਰਾਂਗੇ, ਨਾਮ ਜਪਾਂਗੇ, ਅੰਤਸ਼ਕਰਨ ਦੀ ਸੁੱਧੀ ਭਈ ਤਾਂ ਪ੍ਰਾਪਤ ਹੋ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਬੇਨਤੀ ਕੀਤੀ ਸੱਚੇ ਪਾਤਸ਼ਾਹ, ਸੋ ਕੀਰਤੀ ਕਿਸ ਪ੍ਰਕਾਰ ਮਨ ਵਿੱਚ ਵਸਦੀ ਹੈ? ਗੁਰ ਪੂਰਾ ਸਤਿਗੁਰ ਭੇਟੀਐ, ਹਰਿ ਆਏ ਵਸੈ ਮਨ ਚਿਤ। ਪਾਤਸ਼ਾਹ ਫਰਮਾਉਂਦੇ ਨੇ, ਵੱਡਾ ਪੂਜਨੀਜ ਬ੍ਰਹਮ ਸਰੋਤਰੀ ਬ੍ਰਹਮਦੇਟੀ ਜੋ ਸਤਿਗੁਰੂ ਨੇ, ਜਬ ਤਿਸ ਨੂੰ ਮਿਲੀਏ ਸੰਗ ਕਰੀਏ ਸਾਧੂ ਦਾ, ਤਾਂ ਵਾਹਿਗੁਰੂ ਚੇਤਨ ਦੀ ਕੀਰਤੀ ਮਨ ਵਿੱਚ ਵਸਦੀ ਹੈ। ਆਪਣੇ ਆਪਣੇ ਮਨ ਦੇ ਵਿੱਚ ਵੀ ਕੀਰਤੀ ਵਸਾਈ ਹੈ, ਔਰਾਂ ਨੂੰ ਹੀ ਉਪਦੇਸ਼ ਦਿੰਦੇ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਧਰ ਨਾਮ ਆਧਾਰ ਹੈ, ਹਰ ਨਾਮੈ ਤੇ ਗਤ ਮਤ। ਪਾਤਸ਼ਾਹ ਫਰਮਾਉਂਦੇ ਨੇ, हे ਭਾਈ, ਮੈਨੇ ਤਾਂ ਸਰੀਰ ਦੀ ਟੇਕ ਵੀ ਨਾਮ ਕੀਤਾ ਹੈ, ਬਾਣੀ ਨੂੰ ਵੀ ਨਾਮ ਦਾ ਆਸਰਾ ਹੈ, ਔਰ ਹਰੀ ਦਾ ਨਾਮ ਜਪਣੇ ਸੇ ਉਤੋਂ ਬੁੱਧੀ ਹੋ ਕੇ ਮੋਖ ਪਾਈ ਹੈ। ਮੈਂ ਹਰ ਹਰ ਨਾਮ ਵਿਸਾਓ ਹੈ, ਹਰ ਨਾਮੇ ਹੀ ਜਤ ਪਤ। ਮੈਨੂੰ ਪਰਮੇਸ਼ਰ ਦੇ ਨਾਮ ਦਾ ਭਰੋਸਾ ਹੈ, ਵਾਹਿਗੁਰੂ ਦੇ ਨਾਮ ਕਰਕੇ ਹੀ ਜਾਤੀ ਦੀ ਉੱਤਮਤਾਈ ਹੈ, ਪਰਮੇਸ਼ਰ ਦੇ ਨਾਮ ਕਰਕੇ ਹੀ ਮੇਰੀ ਪਤ ਰਹਿ ਆਈ ਹੈ। ਜਨ ਨਾਨਕ ਨਾਮ ਧਿਆਇਆ, ਰੰਗ ਰਤੜਾ ਹਰ ਰੰਗ ਰਤ। ਮੈਂ ਜਨ ਨੇ ਜੋ ਹਰੇਕ ਰੰਗਾਂ ਵਿੱਚ, ਸਰਬ ਰੰਗਾਂ ਵਿੱਚ ਰਤਿਆ ਹੋਇਆ ਮੇਰਾ ਪ੍ਰਭੂ ਭਗਵਾਨ, ਇਸ ਦੇ ਪ੍ਰੇਮ ਦੇ ਰਤ ਕਰਕੇ ਨਾਮ ਨੂੰ ਧਿਆਇਆ ਹੈ। ਹਰ ਧਿਆਵੋ ਹਰ ਪ੍ਰਭ ਸਤ। ਹਰ ਜੋ ਸਤ ਸਰੂਪ ਮੇਰਾ ਵਾਹਿਗੁਰੂ ਹੈ ਭਾਈ, ਇਸ ਨੂੰ ਧਿਆਵਨਾ ਕਰੋ। ਜੋ ਪਰਮੇਸ਼ਰ ਸਤ ਸਰੂਪ ਹੈ, ਸਤ ਚਿਤ ਆਨੰਦ ਪਰਮਾਤਮਾ। ਬੇਨਤੀ ਕੀਤੀ ਗਰੀਬ ਨਵਾਜ ਸਤਿਗੁਰੂ, ਆਪ ਨੇ ਤਿਸ ਪਰਮੇਸ਼ਰ ਨੂੰ ਕਿਸ ਪ੍ਰਕਾਰ ਜਾਣਿਆ? ਜਗਿਆਸੂ ਗੋਸੇ ਕਹਿਣ ਲੱਗਾ, ਪਾਤਸ਼ਾਹ ਗਰੀਬ ਨਵਾਜ, ਤੁਸਾਂ ਨੇ ਉਸ ਦਾਤੇ ਪਰਮੇਸ਼ਰ ਨੂੰ ਕਿਸ ਪ੍ਰਕਾਰ ਜਾਣਿਆ? ਸਤਿਗੁਰੂ ਫਰਮਾਉਂਦੇ ਨੇ, ਗੁਰ ਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਤ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਆ, ਗੁਰ ਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਤ। ਗੁਰੂ ਦੇ ਬਚਨਾਂ ਕਰਕੇ ਹੀ ਅਸਾਂ ਨੇ ਪ੍ਰਭੂ ਨੂੰ ਜਾਣਿਆ ਹੈ।
ਕਿ ਜੋ ਕੁਝ ਹੈ ਸਭ ਹਰੀ ਪ੍ਰਭੂ ਤੋਂ ਹੀ ਉਤਪਤੀ ਹੈ, ਜਗਤ ਦੀ ਰਚਨਾ ਹੈ। ਗੁਰ ਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਤੋ। ਜਿਨ ਕੋ ਹਰ ਪੂਰਬ ਲਿਖਿਆ, ਤੇ ਆਏ ਮਿਲੇ ਗੁਰ ਪਾਸ। ਬੇਨਤੀ ਕੀਤੀ ਗਰੀਬ ਨਵਾਜ ਪਾਤਸ਼ਾਹ, ਜਬ ਗੁਰੂ ਬਚਨਾ ਕਰਕੇ ਜਾਣਿਆ ਜਾਂਦਾ ਹੈ ਪਰਮੇਸ਼ਰ ਪਰਮਾਤਮਾ, ਤਬ ਸਾਰੇ ਲੋਕ ਕਿਉਂ ਨਹੀਂ ਤਿਨ ਗੁਰੂ ਨੂੰ ਆਣ ਮਿਲਦੇ? ਕਿਉਂ ਨਹੀਂ ਸਾਰੇ ਲੋਕ ਸੰਗਤ ਕਰਦੇ ਗੁਰੂ ਦੀ? ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਜਿਨ ਕੋ ਹਰ ਪੂਰਬ ਲਿਖਿਆ, ਸੇ ਆਏ ਮਿਲੇ ਗੁਰ ਪਾਸ। ਜਿਨ ਪੁਰਸ਼ਾਂ ਨੂੰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਪੂਰਬ ਪੁੰਨਾ ਕਰਕੇ ਮਸਤਕ ਦਾ ਲੇਖ ਲਿਖਿਆ, ਪ੍ਰਗਟ ਹੋਇਆ, ਉਹ ਪੁਰਸ਼ ਗੁਰੂ ਦੇ ਪਾਸ ਆ ਕੇ ਮਿਲਦੇ ਨੇ। ਕਿਉਂਕਿ ਜੋ ਲਿਖਿਆ ਹੈ ਲੈਣਾ ਹੈ, ਇਹ ਗੁਰੂ ਦੀ ਸੰਗਤ ਕਰੇਗਾ, ਬਖਸ਼ੀਸ਼ਾਂ ਲਵੇਗਾ, ਉਹੀ ਆਵੇਗਾ, ਦੂਜਾ ਨਹੀਂ। ਉਹ ਮਿਲਦਾ ਹੈ। ਬੇਨਤੀ ਕੀਤੀ ਪਾਤਸ਼ਾਹ, ਜੋ ਆ ਕੇ ਮਿਲਦੇ ਨੇ ਤੇ ਇਹਨਾਂ ਨੂੰ ਗੁਰੂ ਸੀਗਰ ਹੀ ਨਾਮ ਉਪਦੇਸ਼ ਦਿੰਦੇ ਨੇ ਜਾਂ ਨਹੀਂ? ਪਾਤਸ਼ਾਹ ਫਰਮਾਉਂਦੇ ਨੇ, ਸੇਵਕ ਭਾਏ ਵਣਜਾਰਿਆ ਮਿੱਤਰਾ, ਗੁਰ ਹਰਿ ਹਰਿ ਨਾਮ ਪਰਗਾਸ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਇਹ ਵਣਜਾਰੇ ਮਿੱਤਰ ਜੋ ਗੁਰੂ ਵਿੱਚ ਪ੍ਰੇਮ ਕਰਦੇ ਨੇ, ਤੇ ਇਹਨਾਂ ਦਾ ਜਬ ਸੇਵਕ ਭਾਓ ਗੁਰੂ ਦੇਖਦੇ ਨੇ ਕਿ ਬੜੀ ਸੇਵਾ ਕਰਨ ਵਾਲਾ ਟਹਿਲੂਆ ਭਾਵਨਾ ਸੰਯੁਕਤ ਹੈ, ਗੁਰੂ ਤੱਕਦੇ ਨੇ, ਦੇਖਦੇ ਨੇ, ਸੇਵਕ ਭਾਓ, ਤਬ ਪਰਮੇਸ਼ਰ ਦਾ ਨਾਮ ਵਾਹਿਗੁਰੂ ਦੀ ਬੰਦਗੀ ਦਾ ਚਾਨਣਾ ਬਖਸ਼ ਦਿੰਦੇ ਨੇ, ਕਰ ਦਿੰਦੇ ਨੇ। ਧਨ ਧਨ ਵਣਜ ਵਾਪਾਰੀਆ, ਜਿਨ ਵਖਰ ਲਦੜਾ ਹਰਿ ਰਾਸ। ਇਹ ਭਾਈ ਨਾਮ ਦਾ ਵਣਜ ਧਨ ਉਸਤਤੀ ਕਰਨੇ ਯੋਗ ਹੈ। ਜੋ ਨਾਮ ਦੇ ਵਣਜ ਕਰਨ ਵਾਲੇ ਜਗਿਆਸੂ ਨੇ, ਜਨ ਨੇ, ਜਿਨ੍ਹਾਂ ਨੇ ਵਣਜ ਕੀਤਾ, ਨਾਮ ਦਾ ਵਪਾਰ ਕੀਤਾ, ਨਾਮ ਦਾ ਜਪਿਆ ਤੇ ਜਪਾਇਆ, ਸੋ ਵੀ ਉਸਤਤੀ ਕਰਨੇ ਯੋਗ ਨੇ ਭਾਈ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਸੌਦਾ ਲੱਦਿਆ। ਬੇਨਤੀ ਕੀਤੀ ਪਾਤਸ਼ਾਹ, ਪਰਮੇਸ਼ਰ ਦੇ ਨਾਮ ਦਾ ਸੌਦਾ ਕੈਸਾ? ਸਤਿਗੁਰੂ ਫਰਮਾਉਂਦੇ ਨੇ, ਸੱਚਾ ਕੈ ਸ਼ਰਧਾ ਰੂਪੀ ਪੂੰਜੀ ਦੇ ਕੇ ਲੱਦਿਆ। ਗੁਰ ਮੁਖਾਂ ਦਰ ਮੁਖ ਉਜਲੇ, ਸੇ ਆਏ ਮਿਲੇ ਹਰ ਪਾਸ। ਤਿੰਨ ਪਰਮੇਸ਼ਰ ਦੇ ਪਿਆਰੇ ਗੁਰਮੁਖਾਂ ਦੇ ਸਤ ਸੰਗ ਵਿੱਚ ਮੁਖ ਉਜਲੇ ਸੋਭਾ ਸੰਯੁਕਤ ਨੇ ਭਾਈ। ਸੋ ਮਾਨੁਖ ਜਨਮ ਵਿੱਚ ਆ ਕੇ ਪਰਮੇਸ਼ਰ ਨੂੰ ਨਿਕਟ ਜਾਣ ਕੇ ਮਿਲੇ, ਕਿ ਆਪਣਾ ਆਪ ਰੂਪ ਜਾਣ ਕੇ ਮਿਲੇ। ਜੋ ਸਰੂਪ ਚਾ ਜਾਣਨਾ ਸੋਈ ਮਿਲਣਾ, ਕਰ ਕੰਕਨ ਵਤ ਹੈ। ਜਨ ਨਾਨਕ ਗੁਰ ਤਿਨ ਪਾਇਆ, ਜਿਨਾ ਆਪ ਤੁਠਾ ਗੁਣ ਤਾਸ। ਜਿਨ੍ਹਾਂ ਪਰ ਆਪ ਗੁਣਾਂ ਦਾ ਸਮੁੰਦਰ ਅਕਾਲ ਪੁਰਖ ਪ੍ਰਸੰਨ ਹੋਇਆ, ਤਿੰਨ ਗੁਰਮੁਖਾਂ ਨੇ ਗੁਰੂ ਨੂੰ ਪਾਇਆ। ਹਰਿ ਧਿਆਵੋ ਸਾਸ ਗਰਾਸ। ਸਵਾਸ ਲੈਂਦੇ ਮੁਖ ਵਿੱਚ ਗਰਾਸ ਪਾਉਂਦੇ ਪਰਮੇਸ਼ਰ ਦਾ ਧਿਆਨ ਕਰੋ। ਜੋ ਭੋਜਨ ਦਾ ਥੋੜ੍ਹਾ ਥੋੜ੍ਹਾ ਅੰਸ਼ ਮੁਖ ਵਿੱਚ ਪਾਈਦਾ, ਉਸ ਦਾ ਨਾਮ ਗਰਾਸ। ਅੰਤ ਜੋ ਸਵਾਸ ਜਾਂਦੇ ਨੇ, ਦਾ ਨਾਮ ਗਰਾਸ। ਸਵਾਸ ਗਰਾਸ ਜਪੋ ਪਰਮੇਸ਼ਰ ਨੂੰ, ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ। ਹਰਿ ਨਾਮ ਜਿਨਾ ਰਹਿ ਰਾਸੋ।
ਤਿੰਨ ਹੀ ਗੁਰਮੁਖਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰੀਤੀ ਲੱਗੀ ਹੈ, ਜਿਨ੍ਹਾਂ ਦੇ ਪਾਸ ਵਾਹਿਗੁਰੂ ਦੇ ਨਾਮ ਦੀ ਪੂੰਜੀ ਰਹਿੰਦੀ ਹੈ। ਜੋ ਨਾਮ ਦੇ ਰਸੀਏ ਨਾਮ ਜਪਦੇ ਨੇ, ਵਣਜ ਵਪਾਰ ਨਾਮ ਦਾ। ਹਰੀ ਦਾ ਨਾਮ ਹੀ ਜਿਨ੍ਹਾਂ ਦੀ ਰੋਹ ਦਿੱਤੀ ਹੈ, ਉਹਨਾਂ 'ਤੇ ਬਖਸ਼ੀਸ਼ਾਂ ਹੁੰਦੀਆਂ। ਸ੍ਰੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ੍ਰੀ ਰਾਗ ਕੀ ਵਾਰ ਸਲੋਕਾਂ ਨਾਲ ਮਹੱਲਾ ਚੌਥਾ। ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸਚ ਧਰੇ ਪਿਆਰੋ। ਵਾਰ ਨਾਮ ਦਾ, ਨਾਮ ਜਸ ਦਾ ਹੈ ਜੋ ਵਾਰ। ਜੈਸੇ ਢਾਡੀ ਲੋਕ ਵੱਡੇ ਵੱਡੇ ਸੂਰਬੀਰ ਦਾਤਾਰ ਪੁਰਸ਼ਾਂ ਦਾ ਜਸ ਗਾਉਂਦੇ ਨੇ, ਤੈਸੇ ਪਰਮੇਸ਼ਰ ਦੇ ਪਿਆਰੇ ਭਗਤ ਜਨ ਵੀ ਤਿਸ ਪਰਮੇਸ਼ਰ ਦਾ ਜਸ ਗਾਇਨ ਕਰਨ ਵਾਲੇ, ਤਿਸ ਦੇ ਢਾਡੀ ਨੇ ਪਰਮੇਸ਼ਰ ਦੇ। ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਵਾਰ ਨਾਮ ਤੋਂ ਪੌੜੀਆਂ ਮਾਤਰ ਦਾ ਹੈ ਜੋ ਸਲੋਕ ਨੇ ਜੋ। ਸੋ ਪ੍ਰੇਤੋਂ ਤੋਂ ਵਾਰਾਂ ਸੇ ਭੈਨਸੀ ਪਿੱਛੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੀਂ ਪਾਤਸ਼ਾਹੀ, ਪੰਜਵੇਂ ਗੁਰੂ ਨਾਨਕ ਨੇ ਸਰ ਪੌੜੀਆਂ ਵਿੱਚ ਗੁੰਥਨ ਕੀਤੇ। ਹਾਂ, ਜੈਸੀ ਪੌੜੀ ਤੈਸਾ ਸਲੋਕ ਮਿਲਾ ਕੇ ਰੱਖਿਆ। ਜਹਾਂ ਕਹੀਂ ਪੌੜੀ ਦੇ ਸਾਥ ਸਲੋਕ ਨਹੀਂ ਮਿਲਦਾ ਸੀ, ਤਾਂ ਪੌੜੀ ਸਲੋਕ ਨਵੀਨ ਹੀ ਉਚਾਰਨ ਕਰਕੇ ਰੱਖ ਦਿੱਤੇ। ਐਸੇ ਹੀ ਔਰ ਵੀ ਸਰਬ ਵਾਰਾਂ ਵਿੱਚ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ। ਇੱਕ ਸਮੇਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਜ਼ੂਰ ਕਿਸੇ ਗਵਈਏ ਨੇ ਬਹੁਤ ਚੰਗਾ ਰਾਗ ਗਾਇਨ ਕੀਤਾ, ਔਰ ਲੋਕਾਂ ਨੇ ਇਸ ਦੀ ਬੜੀ ਵਡਿਆਈ ਉਪਮਾ ਕੀਤੀ। ਪਾਤਸ਼ਾਹ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਲੋਕ ਉਚਾਰਿਆ, ਬਚਨ ਕਹਿਣ ਲੱਗੇ, ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਭਾਈ, ਸਾਰਿਆਂ ਰਾਗਾਂ ਵਿੱਚੋਂ ਸ੍ਰੀ ਰਾਗ ਅਤੀ ਉੱਤਮ ਅਤੇ ਸ੍ਰੇਸ਼ਟ ਤਾਂ ਹੈ ਜੇਕਰ ਜੀਵ ਇਸ ਰਾਗ ਨੂੰ ਗਾਇਨ ਕਰਦਾ ਹੋਇਆ, ਰਾਗ ਨੂੰ ਗਾਉਂਦਾ ਹੋਇਆ ਸੱਚ ਸਰੂਪ ਪਰਮੇਸ਼ਰ ਵਿੱਚ ਪਿਆਰ ਧਾਰਨ ਕਰੇ। ਸਰਬ ਪ੍ਰੇਮਾਂ ਦੇ ਵਿੱਚੋਂ ਸੋ ਪ੍ਰੇਮ ਉੱਤਮ ਹੈ, ਜਿਹੜਾ ਸੱਚ ਸਰੂਪ ਪਰਮੇਸ਼ਰ ਵਿੱਚ ਪਿਆਰ ਧਾਰਨ ਕਰਨਾ। ਬੇਨਤੀ ਕੀਤੀ, ਪਾਤਸ਼ਾਹ ਜਿਨ ਪੁਰਸ਼ਾਂ ਨੇ ਪਰਮੇਸ਼ਰ ਵਿੱਚ ਪ੍ਰੇਮ ਕੀਤਾ ਤੇ ਇਹਨਾਂ ਨੂੰ ਕਿਆ ਪ੍ਰਾਪਤ ਹੋਇਆ, ਕੀ ਮਿਲਿਆ? ਪਾਤਸ਼ਾਹ ਫਰਮਾਉਂਦੇ ਨੇ, ਸਦਾ ਹਰ ਸਚ ਮਨ ਵਸੈ, ਨਹਿ ਚਲ ਮਤ ਅਪਾਰ। ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਪਿਆਰਿਓ, ਸਦਾ ਹਰ ਸਚ ਮਨ ਵਸੈ, ਨਿਰਚਲ ਮਤ ਅਪਾਰ। ਸਦੀਵ ਕਾਲ ਹਰੀ ਸੱਚ ਸਰੂਪ ਤਿਨਾਂ ਦੇ ਭਾਈ ਮਨ ਵਿੱਚ ਵਸਦਾ, ਜੋ ਭੇਦਵਾਦੀਆਂ ਦੀ ਜੁਗਤੀਆਂ ਕਰਕੇ ਚਲਾਏਮਾਨ ਨਾ ਹੋਵੇ। ਐਸੀ ਦਵੈਤ ਨਿਹਚੇ ਵਾਲੀ ਬੁੱਧੀ ਤਿਨਾਂ ਨੂੰ ਬੇਅੰਤ ਹੀ ਪ੍ਰਾਪਤ ਹੋਈ। ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਇਸ ਮਤੀ ਕਰਕੇ ਮੋਲ ਸੇ ਰਹਿਤ ਜੋ ਬ੍ਰਹਮ ਰੂਪੀ ਰਤਨ ਤਿਨਾਂ ਨੇ ਪਾ ਲਿਆ। ਤੇ ਇਸ ਮਤੀ ਕਰਕੇ ਕਿਵੇਂ ਪਾਇਆ? ਗੁਰੂ ਦਾ ਉਪਦੇਸ਼ ਵਿਚਾਰ ਕੇ ਪਾਇਆ। ਜੇਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦੀ ਹੋਈ ਤਿਨਾਂ ਦੀ ਜਿਹਵਾ ਬਾਣੀ ਸਫਲ ਹੈ ਭਾਈ। ਸਤਾ ਸਤ ਦੇ ਵਿਚਾਰ ਕਰਨੇ ਕਰਕੇ ਤਿਨਾਂ ਦਾ ਮਨ ਵੀ ਸਫਲ ਹੈ। ਭਗਤੀ ਕਰਨੇ ਕਰਕੇ ਤਿਨਾਂ ਦੇ ਸਰੀਰ ਦਾ ਵਿਸਤਾਰ ਵੀ ਸਫਲ ਹੈ। ਨਾਨਕ ਸਚੈ ਸਤਿਗੁਰ ਸੇਵਿਆ, ਸਦਾ ਸਚ ਵਪਾਰ। ਸੱਚੇ ਸਤਿਗੁਰੂ ਦੇ ਸੇਵਨ ਕਰਕੇ ਸਰਬਦਾ ਕਾਲ ਪਰਮੇਸ਼ਰ ਦਾ ਕਥਨ ਚਿੰਤਨ ਰੂਪੀ ਸੱਚਾ ਵਿਵਹਾਰ ਰਹਿੰਦਾ ਹੈ।
ਮਹਲਾ ਤੀਜਾ। ਹੋਰ ਬਿਰਹਾ ਸਭ ਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਜਬ ਤੱਕ ਪਰਮੇਸ਼ਰ ਵਿੱਚ ਪ੍ਰੀਤੀ ਨਾ ਹੋਵੇ, ਤਬ ਤੱਕ ਹੋਰ ਪ੍ਰੇਮ ਸਭ ਮਾਇਕ ਨੇ, ਝੂਠੇ ਨੇ। ਧਾਵਣੇ ਵਾਲਾ ਚਲਾਈਮਾਨ ਹੈ ਬਾਕੀ ਪ੍ਰੇਮ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਇਹ ਮਨ ਮਾਇਆ ਕਰਕੇ ਭਾਈ ਮੋਹਿਆ ਹੋਇਆ, ਇਸ ਕਰਕੇ ਆਸਤਿਕ ਭਾਵਨਾ ਕਰਕੇ ਦੇਖਣਾ ਨਹੀਂ ਹੁੰਦਾ। ਅਤੀ ਪ੍ਰੀਤੀ ਕਰਕੇ ਸਰਵਣ ਵੀ ਨਹੀਂ ਕਰਦਾ, ਕਿਉਂਕਿ ਇਸਦੀ ਨਾਸਤਿਕ ਭਾਵਨਾ ਹੁੰਦੀ ਹੈ, ਆਸਤਿਕ ਭਾਵਨਾ। ਅਤੀ ਪ੍ਰੀਤੀ ਕਰਕੇ ਸਰਵਣ ਵੀ ਨਹੀਂ ਕਰਦਾ, ਸੁਣਦਾ ਹੈ ਮਨ ਕਿਤੇ ਹੋਰ ਹੈ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਰਸਿਕ ਪ੍ਰੈ ਸਭਾ ਪ੍ਰਕਾਸ਼ ਕਾਵ ਕੇ ਗ੍ਰੰਥਾਂ ਵਿੱਚ 4 ਪ੍ਰਕਾਰ ਦਾ ਦਰਸ਼ਨ ਲਿਖਿਆ ਹੈ। ਚਿੱਤਰ ਮੂਰਤੀ ਸੁਪਨ ਸੋ ਜਸ ਸਰਵਣ, ਪ੍ਰਤੱਖ ਦਰਸ਼ਨ। ਜੈਸੇ ਸੋ ਜਸ ਸਰਵਣ ਮੂਰਤੀ ਦਰਸ਼ਨ ਦੇ ਬਿਨਾਂ ਪਤੀ ਪਰਮੇਸ਼ਰ ਵਿੱਚ ਪ੍ਰੀਤੀ ਨਹੀਂ ਉਪਜਦੀ। ਇਨ ਦਰਸ਼ਨਾਂ ਦੀ ਪ੍ਰਾਪਤੀ ਬਿਨਾਂ ਅਗਿਆਨੀ ਜੀਵ ਵਿਚਾਰਾ ਕਿਆ ਕਰੇ, ਅੰਧਾ ਹੈ। ਪ੍ਰੀਤ ਉਪਜੇ ਸੇ ਬਿਨਾਂ ਸਹਿ ਨੂੰ ਨਹੀਂ ਦੇਖੇਗਾ। ਜੋ ਅਗਿਆਨੀ ਹੋਗਾ ਤੇ ਇਸਨੂੰ ਸਰਵਣਾਦਿਕਾਂ ਦੀ ਅਪੇਖਿਆ ਨਹੀਂ ਹੋਵੇਗੀ। ਆਪ ਦੇ ਕਥਨ ਸੇ ਐਸੇ ਪ੍ਰਤੀਤ ਹੁੰਦਾ ਕਿ ਪ੍ਰਥਮ ਗਿਆਨ ਪ੍ਰਾਪਤ ਹੋਵੇ ਤਬ ਸਰਵਣਾਦਿਕਾਂ ਨੂੰ ਕਰੇ। ਪਾਤਸ਼ਾਹ ਕਹਿਣ ਲੱਗੇ, ਸਾਡੇ ਕਥਨ ਦਾ ਭਾਵ ਇਹ ਹੈ ਭਾਈ ਕਿ ਪ੍ਰਥਮ ਸਮਾਨ ਗਿਆਨ ਹੁੰਦਾ ਹੈ, ਤਬ ਤਿਸ ਤੇ ਅੰਤਰ ਸਰਵਣਾਦਿਕ ਹੋ ਜਾਂਦੇ। ਜੈਸੇ ਵੈਸ਼ਨਵ ਮਤ ਦੇ ਵਿੱਚ ਪ੍ਰਥਮ ਗਿਆਨ ਹੋ ਲਵੇ ਤਾਂ ਪਿੱਛੇ ਸੇ ਭਗਤੀ ਦਾ ਹੋਣਾ ਮੰਨਦੇ ਨੇ ਵੈਸ਼ਨਵ ਮਤ ਵਿੱਚ। ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਜਿਸ ਪਰਮੇਸ਼ਰ ਨੇ ਪ੍ਰਮਾਤਮਾ ਬੇਮੁਖ ਹੋਣੇ ਕਰਕੇ ਜੀਵ ਦੀ ਵਿਰਾਗ ਵਿਵੇਕ ਆਦਿਕ ਅੱਖੀਂ ਬੰਦ ਕਰ ਲਈਆਂ, ਸੋਈ ਸੱਚਾ ਪਰਮੇਸ਼ਰ ਜੇ ਕਿਰਪਾ ਕਰ ਦੇਵੇ ਪਰਮਾਤਮਾ ਤਾਂ ਵਿਰਾਗ ਵਿਵੇਕ ਆਦਿਕ ਅੱਖੀਂ ਦਿੰਦਾ। ਜਿਸ ਮਹਾਤਮਾ ਪੁਰਸ਼ ਨੇ ਸਤਿਗੁਰੂ ਤੋਂ ਗਿਆਨ ਰੂਪੀ ਅੱਖਾਂ ਲਈਆਂ ਨੇ, ਨਾਨਕ ਸੋ ਅੱਖੜੀਆਂ ਬਿਆਨ ਜਿੰਦੀ ਡਸੰਦੋ ਮਾਪੇ ਜੀ। ਸੋਈ ਸੱਚਾ ਪੁਰਸ਼ ਜਗਿਆਸੂ ਜਨਾਂ ਨੂੰ ਗਿਆਨ ਉਪਦੇਸ਼ ਰੂਪੀ ਅੱਖਾਂ ਦਿੰਦਾ ਹੈ। ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ। ਪਰਮੇਸ਼ਰ ਪ੍ਰਮਾਤਮਾ ਇੱਕੋ ਹੀ ਜਗਤ ਦਾ ਨਿਮਿਤ ਕਾਰਨ ਹੈ, ਕਰਤਾ। ਇੱਕੋ ਹੀ ਹਰੀ ਉਪਾਦਾਨ ਕਾਰਨ ਹੈ, ਭਾਵੇਂ ਕਿ ਅਭਿੰਨ ਨਿਮਿਤ ਉਪਾਦਾਨ ਕਾਰਨ ਇੱਕ ਪ੍ਰਮਾਤਮਾ ਹੈ। ਮਕਰੀ ਤੰਤਵਤ ਔਰ ਇੱਕੋ ਹਰੀ ਸਰਬਦਾ ਆਧਾਰਭੂਤ ਹੈ। ਹਰ ਇੱਕ ਸੈ ਦਾ ਹੈ ਅਮਰ ਇੱਕੋ, ਹਰ ਚਿਤ ਧਰ। ਹਰ ਇੱਕ ਸੈ ਦਾ ਹੈ ਅਮਰ ਇੱਕੋ, ਹਰ ਚਿਤ ਧਰ। ਸਰਬ ਜੀਵਾਂ ਦਾ ਪਾਤਸ਼ਾਹ ਫਰਮਾਉਂਦੇ ਨੇ ਹੁਕਮ ਵੀ ਇੱਕ ਹਰੀ ਦਾ ਹੈ ਸਭਨਾਂ ਤੇ, ਅਮਰ ਹੁਕਮ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਕੋਈ ਵੀ ਹੁਕਮ ਤੋਂ ਬਾਹਰ ਨਹੀਂ, ਸਭ ਅੰਦਰ ਨੇ। ਹੁਕਮ ਵੀ ਇੱਕ ਹਰੀ ਦਾ ਹੈ, ਇੱਕ ਐਸੇ ਸਮਰੱਥ ਹਰੀ ਨੂੰ ਚਿੱਤ ਵਿੱਚ ਭਾਈ ਧਾਰਨ ਕਰੋ। ਹਰ ਤਿਸ ਬਿਨ ਕੋਈ ਨਾਹੀ, ਡਰ ਭ੍ਰਮ ਭਉ ਦੂਰ ਕਰ। ਐਸੇ ਨਿਸ਼ਚੇ ਕਰਕੇ ਜਿਸ ਪ੍ਰਮਾਤਮਾ ਦਾ ਹੁਕਮ ਸਭ ਜੀਵਾਂ ਤੇ, ਜਿਸ ਹਰੀ ਤੋਂ ਬਿਨਾਂ ਔਰ ਕहीं ਵੀ ਕੋਈ ਵੀ ਨਹੀਂ, ਫਿਰ ਡਰ ਜਮਦੂਤਾਂ ਦਾ ਭਰਮ 5 ਪ੍ਰਕਾਰ ਦਾ ਹੁੰਦਾ। ਤਾਂ ਐਸਾ ਜਮਾਦਿਕਾਂ ਦਾ ਜਨਮ, ਜਰਾ ਆਦਿਕਾਂ ਦਾ ਜੋ ਸਰਬ ਨਿਵਰਤ ਕਰ,
ਹਾਜ਼ਰ ਤਿਸ ਬਿਨ ਕੋਈ ਨਾਹੀ, ਡਰ ਭਰਮ ਭਉ ਦੂਰ ਕਰ। ਕਿ ਉਸ ਮਾਲਕ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਫਿਰ ਡਰ ਭਰਮ ਭੈ ਕਾਹਦਾ ਰਿਹਾ। ਕਿਉਂਕਿ ਕਰਨਕਾਰੀ ਉਹ ਦਾਤਾ, ਕੋਈ ਦੂਜਾ ਹੈ ਹੀ ਨਹੀਂ, ਫਿਰ ਕਿਸ ਦਾ ਡਰ ਹੈ। ਹਰ ਤਿਸੈ ਨੋ ਸਲਾਹੇ, ਜੇ ਤੁਧ ਰਖੈ ਬਾਹਰ ਘਰ। ਤਿਸ ਪਰਮਾਤਮਾ ਦੀ ਉਸਤਤੀ ਕਰੀਏ, ਗੁਣ ਗਾਈਏ ਪਰਮੇਸ਼ਰ ਦੇ, ਜੋ ਤੇਰੇ ਘਰ ਵਾਸ ਸਰਬ ਸਥਾਨਾਂ ਵਿੱਚ ਰੱਖਿਆ ਕਰਦਾ। ਹਰ ਜਿਸਨੋ ਹੋਏ ਦਇਆਲ, ਸੋ ਹਰ ਜਪ ਭਉ ਬਿਗਮ ਤਰੋ। ਸੋ ਵਾਹਿਗੁਰੂ ਜਿਸ 'ਤੇ ਦਿਆਲ ਹੁੰਦਾ, ਉਹ ਪੁਰਸ਼ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਡਰ ਰੂਪੀ ਕਠਨ ਸਮੁੰਦਰ ਨੂੰ ਤਰ ਜਾਂਦਾ। ਐਸਾ ਮਾਲਕ ਬਖਸ਼ਿਸ਼ ਕਰਦਾ। ਮੈਂ ਪਾਕ ਪਟਨ ਦੇ ਨਿਕਟ ਗ੍ਰਾਮ ਸੇਵਾਦ ਭਗਤ ਫਰੀਦ ਜੀ ਮਹਾਰਾਜ ਜੀ ਦੇ ਪੋਤੇ ਸੇਖ ਬਹਿਰਾਮ ਸੰਯੁਕਤ ਗੁਰੂ ਜੀ ਕੁਛ ਅੰਤਰੇ ਸਹਿਤ ਉਸ ਪ੍ਰਭੂ ਦੇ ਚਰਨਾਂ ਨਾਲ ਰੱਤੇ ਹੋਏ ਬਿਰਾਜਮਾਨ ਸਨ। ਇੱਕ ਪ੍ਰੇਮੀ ਜਨ ਦੁੱਧ ਲੈ ਕੇ ਆਇਆ, ਜੋ ਨਿਤ ਆਇਆ ਕਰਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੂੰ ਆਰਾਮ ਵਿੱਚ ਹੋਇਆ ਜਾਣਿਆ, ਨੇਤਰ ਮੁੰਦੇ ਹੋਏ ਨੇ ਸੱਚੇ ਦੀ ਯਾਦ ਚਿੰਤਨ ਵਿੱਚ ਰੱਤੇ ਹੋਏ ਸਤਿਗੁਰੂ ਲੰਮੇ ਪਏ ਨੇ। ਸੇਖ ਬ੍ਰਹਮਣ ਨੂੰ ਗੜਬੇ ਦੀ ਖਬਰ ਨਹੀਂ ਕੀਤੀ। ਪਾਤਸ਼ਾਹ ਨੂੰ ਦੇਖਿਆ, ਉਸ ਪ੍ਰੇਮੀ ਜਨ ਨੇ ਦੇ ਕੇ ਇੱਕ ਗੜਵਾ ਦੁੱਧ ਦਾ ਵਿੱਚ ਇੱਕ ਅਸ਼ਰਫੀ ਪਾਸ ਰੱਖ ਦਿੱਤੀ। ਜਦੋਂ ਉੱਠਣਗੇ ਛਕ ਲੈਣਗੇ। ਸੇਖ ਬਹਿਰਾਮ ਨੂੰ ਦੁੱਧ ਪਿਲਾ ਕੇ ਚਲਾ ਗਿਆ, ਜੋ ਨਿਤ ਹੀ ਆਉਂਦਾ ਸੀ। ਕੁਝ ਦੂਰੀ 'ਤੇ ਪਾਤਸ਼ਾਹ ਬਿਰਾਜਮਾਨ ਸਨ। ਗੜਵਾ ਸ਼ਰਪੀ ਰੱਖ ਗਿਆ। ਸੇਖ ਬ੍ਰਹਮ ਨੂੰ ਗੜਵੇ ਦੀ ਖਬਰ ਨਹੀਂ ਸੀ। ਜਦ ਆਪਸ ਵਿੱਚ ਮਿਲ ਕੇ ਬੈਠੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ, ਸੇਖ ਬਹਿਰਾਮ, ਵਿਚਾਰ ਵਿਲਾਸ ਹੋਏ। ਤਾਂ ਵਿਲਾਸ ਸੇ ਸੇਖ ਬ੍ਰਹਮ ਨੇ ਕਿਹਾ, ਸੋਣੇ ਸੇ ਜਾਗਣੇ ਵਿੱਚ ਬਹੁਤ ਲਾਭ ਹੈ ਜੀ। ਪਾਤਸ਼ਾਹ ਨੂੰ ਕਹਿਣ ਲੱਗਾ, ਤੁਸੀਂ ਆਰਾਮ ਵਿੱਚ ਤੁਸੀਂ ਸੁੱਤੇ ਸੀ, ਔਰ ਜਾਗਣ ਵਿੱਚ ਬੜਾ ਲਾਭ ਹੈ। ਅਸੀਂ ਦੁੱਧ ਪੀਆ, ਤੁਹਾਨੂੰ ਦੁੱਧ ਮਿਲਿਆ ਨਹੀਂ। ਇਹ ਬਚਨ ਕਹੇ। ਪਾਤਸ਼ਾਹ ਜੀ ਨੇ ਅਸਰਫੀ ਸਹਿਤ ਦੁੱਧ ਦਾ ਗੜਵਾ ਦਿਖਾਇਆ। ਬੜਾ ਆਸ਼ਚਰਜ ਹੋਇਆ ਸੇਖ ਬਹਿਰਾਮ। ਫਿਰ ਪਾਤਸ਼ਾਹ ਨੇ ਬਾਣੀ ਉਚਾਰੀ, ਬਚਨ ਕਹਿਣ ਲੱਗੇ, ਜਗਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ। ਪਾਤਸ਼ਾਹ ਨੇ ਬਚਨ ਕਹੇ, ਭਾਈ ਜੋ ਦਾਤਾਂ ਅਨੇਕ ਪ੍ਰਕਾਰ ਦੀਆਂ ਦਾਤਾਂ ਨੇ ਪਰਮੇਸ਼ਰ ਦੀਆਂ, ਸੋ ਸਭ ਪਰਮੇਸ਼ਰ ਦੀਆਂ ਨੇ। ਤਿਸ ਵਾਹਿਗੁਰੂ ਦੇ ਸਾਥ ਕਿਆ ਵਸ ਚੱਲਦਾ ਹੈ ਕਿਸੇ ਦਾ। ਇਹ ਨਹੀਂ ਕਹਿਆ ਜਾਂਦਾ ਕਿ ਅੰਮ ਕੇ ਕੋ ਦਾਤ ਤੈਨੇ ਦਿੱਤੀ, ਮੈਨੂੰ ਕਿਉਂ ਨਹੀਂ ਦਿੱਤੀ। ਇਹ ਕਿਹਾ ਨਹੀਂ ਜਾਂਦਾ, ਕਿਉਂਕਿ ਦਾਤਾਂ ਉਸ ਮਾਲਕ ਦੀਆਂ, ਸਾਹਿਬ ਦੀਆਂ ਨੇ। ਪਾਤਸ਼ਾਹ ਫਰਮਾਉਂਦੇ ਨੇ, ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ। ਉਸ ਅੱਗੇ ਕੋਈ ਬਲ ਚਾਰਾ ਨਹੀਂ ਚੱਲਦਾ। ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਪਾਤਸ਼ਾਹ ਕਹਿਣ ਲੱਗੇ, ਸੇਖ ਬਹਿਰਾਮ ਜੀ, ਇੱਕ ਪੁਰਸ਼ ਪਰਮੇਸ਼ਰ ਦੀ ਦਾਤ ਨੂੰ ਜਾਗਦੇ ਵੀ ਨਹੀਂ ਪਾ ਸਕਦੇ, ਔਰ ਇੱਕ ਸੁੱਤੇ ਹੋਇਆਂ ਨੂੰ ਸਾਨੂੰ ਉਠਾ ਕੇ ਦੇ ਜਾਂਦਾ ਕਿ ਤੁਸੀਂ ਜਾਗਦੇ ਸੀ, ਆਪ ਨੂੰ ਅਸ਼ਰਪੀ ਨਹੀਂ ਮਿਲੀ। ਅਸੀਂ ਸੋਣੇ ਵਾਲਿਆਂ ਨੇ ਸਾਹਿਬ ਦੀ ਕਿਰਪਾ ਸੇ ਅਸ਼ਰਪੀ ਤੇ ਦੁੱਧ ਦੇ ਸਾਥ ਪਾ ਲਈ। ਸਿਧਾਂਤ ਵਿੱਚ ਪਹਿਲੀ ਤੋਂ ਸਤਿਗੁਰਾਂ ਨੇ ਬਚਨ ਫਰਮਾਏ ਨੇ, ਇੱਕ ਪੰਡਤ ਸਾਤਾਂ ਵਿੱਚ ਪ੍ਰਵੀਨ ਪਰਮੇਸ਼ਰ ਦੀ ਦਾਤ ਨੂੰ ਨਹੀਂ ਪਾ ਸਕਦੇ। ਦੂਜਾ ਭਾਵ ਅਰਥ ਕਹਿੰਦੇ ਨੇ, ਇੱਕ ਨਾ ਮੂਰਖਤਾ ਵਿੱਚ ਸਥਿਤ ਹੋਇਆਂ ਨੂੰ ਉਠਾਲ ਕੇ ਕਿਆ ਮੂਰਖਤਾ ਦੇ ਰਹਿਤ ਕਰਕੇ ਸੂਖ ਦੀ ਪ੍ਰਾਪਤੀ ਕਰ ਦਿੰਦਾ, ਕਿਉਂਕਿ ਉਹ ਮਾਲਕ ਹੈ। ਵੇ ਸਤਿਗੁਰੂ
ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ 8ਵੇਂ ਗੁਰੂ ਨਾਨਕ ਨੇ ਛੱਜੂ ਝਿਓਰ ਨੂੰ 4 ਵੇਦਾਂ ਦਾ ਗਿਆਤਾ ਬਣਾ ਦਿੱਤਾ। ਉਹ ਮਾਲਕ ਵੱਡਾ ਹੈ, ਸਮਰੱਥ ਹੈ। ਇੱਕ ਅਵਿਦਿਆ ਨਿੰਦਰਾ ਸੇ ਗਿਆਨ ਜਗਤ ਦੇ ਵਿੱਚ ਜਾਗੇ ਹੋਏ ਅਗਿਆਨੀ ਨੂੰ ਪਰਮੇਸ਼ਰ ਦੇ ਸਾਥ ਭੇਦ ਹੈ। ਸੁੱਤਿਆ ਹੋਇਆ ਨੂੰ ਅਗਿਆਨ ਨੀਂਦ ਕੇ ਜਗਾ ਕੇ ਅਕਸ਼ ਮਾਤਰ ਸੇ ਆਪਣੀ ਪ੍ਰਾਪਤੀ ਕਰਾ ਦਿੰਦਾ ਹੈ। ਗੁਰੂ ਜੀ ਸੇਖ ਬਹਿਰਾਮ ਪ੍ਰਤੀ ਅਬ 3 ਪ੍ਰਕਾਰ ਦੇ ਪੁਰਸ਼ ਬਿਆਨ ਕਰਦੇ ਨੇ। ਸੇਖ ਬਹਿਰਾਮ ਜੀ ਬੈਠੇ ਨੇ, ਪਾਤਸ਼ਾਹ ਕਹਿਣ ਲੱਗੇ ਸੇਖ ਜੀ 3 ਪ੍ਰਕਾਰ ਦੇ ਪੁਰਸ਼ ਹੁੰਦੇ ਨੇ। ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੁਸਾ ਮਲਾਇਕਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸੇਖ ਜੀ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ। ਪਰਮੇਸ਼ਰ ਪਰ ਭਰੋਸਾ ਰੱਖਣਾ ਸਿਦਕ, ਸਬੂਰੀ ਸੰਤੋਖ ਤੇ ਜਥਾ ਲਾਭ ਸੰਤੁਸ਼ਟ ਰਹਿਣਾ ਕਿ ਸੰਤੋਖ ਹੈ ਜੋ ਵਾਹਿਗੁਰੂ ਨੇ ਬਖਸ਼ਿਆ ਭਲਾ ਤੇ ਚੰਗਾ, ਰਜਾ ਵਿੱਚ ਪ੍ਰਸੰਨ। ਭਾਵੇਂ ਕਿ ਸਾਧਕਾ ਜਗਿਆਸੂਆਂ ਨੂੰ ਚਾਹੀਦਾ ਸਹਿਣਸ਼ੀਲਤਾ ਸਬਰ ਤੋਸਾ ਖਰਚ। ਦੇਵਤਾ ਨੂੰ ਗੁਰਾਂ ਪਾਸ ਚਾਹੀਏ, ਸ਼ਕਤੀਆਂ ਦੇ ਹੁੰਦਿਆਂ ਸਹਿਣਸ਼ੀਲ ਹੋਣਾ। ਭਾਵੇਂ ਸ਼ਕਤੀ ਬੜੀ ਹੈ ਫਿਰ ਵੀ ਜਰ ਨੂੰ ਜਰ ਲੈਣਾ। ਇਹ ਖਰਚ ਦੇਵ ਰੂਪ ਸੰਤਾਂ ਦਾ ਹੈ। ਦੀਦਾਰ ਪੂਰੇ ਪਾਏ ਸਾ ਥਾਉ ਨਹੀਂ ਖਾਏਗਾ। ਪਾਤਸ਼ਾਹ ਫਰਮਾਉਂਦੇ ਨੇ ਪਰਮੇਸ਼ਰ ਦਾ ਦਰਸ਼ਨ ਗਿਆਨੀਆਂ ਨੇ ਪਾਇਆ, ਜਗਿਆਸੂ ਪਾਵਣਗੇ। ਸਰੂਪ ਵਿੱਚ ਠੌਰ ਮੂਰਖਾਂ ਨੂੰ ਨਹੀਂ ਮਿਲਦੀ। ਪੌੜੀ ਸਭ ਆਪੇ ਤੁਧ ਉਪਾਏ ਕੈ ਆਪ ਕਰੈ ਲਾਈ। ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ ਪੌੜੀ ਵਿੱਚ, ਸੰਪੂਰਨ ਸ੍ਰਿਸ਼ਟੀ ਹੇ ਵਾਹਿਗੁਰੂ ਤੈਨੇ ਆਪ ਹੀ ਸਾਜੀ ਹੈ, ਆਪ ਹੀ ਧੰਦਿਆਂ ਵਿੱਚ ਲਾ ਦਿੱਤੀ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਤੂੰ ਆਪ ਹੀ ਆਪਣੀ ਵਡਿਆਈ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ। ਇਹ ਤੇਰੀ ਬਖਸ਼ਿਸ਼ ਮਹਿਰਾਮਤ ਹੈ। ਹਰ ਤੁਧੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈਂ। ਕਿ ਮੇਰੇ ਵਾਹਿਗੁਰੂ ਤੇਰੇ ਤੋਂ ਬਿਨਾਂ ਕੁਝ ਵੀ ਨਹੀਂ। ਤੂੰ ਸੱਚਾ ਹੈ, ਸਰਬ ਦਾ ਮਾਲਕ ਹੈ। ਤੂੰ ਆਪੇ ਆਪ ਵਰਤਦਾ ਸਭਨੀ ਥਾਈ। ਤੂੰ ਆਪੇ ਆਪ ਨਿਸ਼ਚੈ ਕਰਕੇ ਸਰਬ ਸਥਾਨਾਂ ਵਿੱਚ ਵਰਤ ਰਿਹਾ ਹੈ। ਹਰ ਤਿਸੈ ਤੇ ਆਵੋ ਸੰਤ ਜਨੋ ਜੋ ਲੈ ਚੜਾਈ। ਤਾਂ ਬੇਨਤੀ ਕਰੋ ਕਿ ਭਾਈ ਇਸ ਹਰੀ ਦਾ ਧਿਆਵਣਾ ਕਰੋ ਜੋ ਅੰਤ ਨੂੰ ਜਮਾਂ ਦੇ ਭੈ ਤੋਂ ਛੁਡਾ ਲਵੇਗਾ। ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ। ਕੋਈ ਪੁੱਛ ਜਾਤੀ ਅਭਿਮਾਨ ਸਹਿਤ। ਸਤਿਗੁਰੂ ਪਾਤਸ਼ਾਹ ਜੀ ਨੇ ਤੱਕਿਆ ਦੇਖਿਆ, ਬੜਾ ਹੰਕਾਰੀ ਸੀ। ਪਾਤਸ਼ਾਹ ਉਪਦੇਸ਼ ਦੇਣ ਲੱਗੇ, ਕਹਿਣ ਲੱਗੇ ਵਚਨ ਫੱਕੜ ਜਾਤੀ ਫੱਕੜ ਨਾਉ। ਜਾਤੀ ਦੇ ਅਭਿਮਾਨ ਵੇਖੇ ਖੁਆਰੀ ਹੈ ਭਾਈ। ਨਾਮ ਦੇ ਅਭਿਮਾਨ ਵਿੱਚ ਵੀ ਖੁਆਰੀ ਹੈ ਕਿ ਵੱਡਾ ਨਾਂ ਰਖਾ ਲਿਆ ਕਿ ਮੈਂ ਅਦਕ ਨਾਮੀ। ਇਹ ਜਾਤੀ ਨਾਮ ਦੀ ਅਦਕਤਾ ਵਿੱਚ ਕੁਝ ਸਿੱਧ ਨਹੀਂ ਹੁੰਦਾ। ਸਭਨਾ ਜੀਆ ਇੱਕੋ ਛਾਉ। ਸਰਬ ਜੀਵਾਂ ਨੂੰ ਇੱਕ ਵਾਹਿਗੁਰੂ ਦੀ ਹੀ ਓਟ ਹੈ, ਛਾਂ ਹੈ। ਆਪੋ ਜੇ ਕੋ ਭਲਾ ਕਹਾਏ। ਜੇ ਕੋਈ ਜਾਤੀ ਨਾਮ ਦੀ ਉਤਮਤਾ ਕਰਕੇ ਆਪਣੇ ਆਪ ਹੀ ਭਲਾ ਕਹਾਵੇ, ਭਾਵੇਂ ਕਿ ਆਪਣੇ ਆਪ ਭਲਾ ਨਹੀਂ ਹੋ ਸਕਦਾ। ਨਾਨਕ ਤਾਂ ਪਰ ਜਾਪੈ ਜਾਪਤ ਲਿਖੈ ਪਾਏ। ਤਾਂ ਹੀ ਪਤ ਨੂੰ ਵਿਸ਼ੇਸ਼ ਕਰਕੇ ਜਾਣੀਏ ਜੋ ਪਰਮੇਸ਼ਰ ਲੇਖੇ ਵਿੱਚ ਪਾ ਲਵੇ। ਜਿਸ ਸਮੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਪਾ ਕੇ ਖਡੂਰ ਸਾਹਿਬ ਵਿੱਚ ਆ ਕੇ ਕੋਠੇ ਦਾ ਬਾਰ ਬੰਦ ਕਰ ਲਿਆ ਗੁਰਦੇਵ ਪਾਤਸ਼ਾਹ ਨੇ। ਸਮਾਧੀ ਵਿੱਚ ਸਥਿਤ ਹੋ ਗਏ ਗੁਰੂ ਅੰਗਦ ਦੇਵ ਮਹਾਰਾਜ ਜੀ।
ਤਾਂ ਭਾਈ ਬਾਲਾ ਜੀ, ਬਾਬਾ ਬੁੱਢਾ ਜੀ ਆਦਿਕ ਸਿੱਖ ਮਿਲ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਬਾਬਾ ਬੁੱਢਾ ਜੀ ਨੇ ਬਾਰ ਖੋਲ੍ਹ ਕੇ ਚਰਨਾਂ ਪਰ ਸੀਸ ਰੱਖਿਆ ਔਰ ਗੁਰੂ ਸਾਹਿਬ ਜੀ ਦੇ ਲਾਣੇ ਦਾ ਪ੍ਰਸੰਗ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਪ੍ਰੀਤੀ ਸੂਚਨ ਕਰਾਮਦੇ ਜਦੋਂ ਦੱਸਿਆ ਬਾਬਾ ਬੁੱਢਾ ਜੀ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਿਰਾਗ ਵਿੱਚ ਆਇਆ ਸਲੋਕ ਉਚਾਰਿਆ, ਬਚਨ ਕਹਿਣ ਲੱਗੇ। ਮਹਲਾ ਦੂਜਾ, ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਦ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਨ। ਜਿਸ ਪ੍ਰੀਤਮ ਦੇ ਸਾਥ ਪ੍ਰੇਮ ਹੋਵੇ, ਇਸਦੇ ਅੱਗੇ ਪਹਿਲੇ ਹੀ ਪ੍ਰਾਣ ਵਿਯੋਗ ਕਰਕੇ ਪਰਲੋਕ ਵਿੱਚ ਗਵਨ ਕਰੀਏ। ਇਸ ਗੁਰੂ ਦੇ ਅੱਗੇ ਆਪਣੇ ਅੰਗ ਨੂੰ ਤਿਆਗ ਕੇ ਸੇਵਾ ਵਿੱਚ ਪ੍ਰਵਿਰਤੀ, ਕਿਉਂਕਿ ਇਸ ਜੀਵਨੀ ਨੂੰ ਤਰਕਾਰ ਹੈ। ਪਾਤਸ਼ਾਹ ਫਰਮਾਉਂਦੇ ਨੇ ਜੋ ਇਸ ਸੰਸਾਰ ਵਿੱਚ ਪਿਆਰੇ ਦੇ ਪਿੱਛੇ ਜਿਉਣਾ, ਜੋ ਗੁਰੂ ਤੋਂ ਬੇਮੁਖ ਹੋ ਕੇ ਜਿਉਣਾ ਹੈ, ਸੋ ਜੀਵਨ ਨੂੰ ਤਰਕਾਰ ਹੈ। ਔੜੀ ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ। हे परिपूर्ण परमात्मा, तैने आप ही धरती उपलगत ब्रह्मांड रूप रचना रची है। ते प्रकाशने वाले चंद सूरज दो दीवे भी तू आप बनाए। सो ब्रह्मांड कैसा है? 10 चार घट तुद साजया बाबार करीवे। जो 14 ਲੋਕ ਨੇ ਸੋ ਤੈਨੇ ਦੁਕਾਨਾਂ ਸਾਜੀਆਂ ਨੇ। ਉਹ 14 ਲੋਕਾਂ ਵਿੱਚ ਜੀਵ ਕਰਮ ਕਰਦੇ ਨੇ, ਸੋ ਮਾਨੋ ਇੱਕ ਵਪਾਰ ਹੀ ਕਰ ਰਹੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਇੱਕ ਨਾਨੋ ਹਰਿ ਲਾਭ ਦੇ ਜੋ ਗੁਰਮੁਖ ਦੀਵੇ। ਇਹ ਵਾਹਿਗੁਰੂ ਉਹਨਾਂ ਇੱਕ ਪੁਰਸ਼ਾਂ ਨੂੰ ਮਨੁੱਖ ਜਨਮ ਵਿੱਚ ਲਾਭ ਦਿੰਦਾ ਜੋ ਗੁਰੂ ਦੇ ਸਨਮੁਖ ਹੋਏ। ਤਿੰਨ ਜਮ ਕਾਲ ਨਾ ਵਿਆਪਈ, ਜਿਨ ਸਚ ਅੰਮ੍ਰਿਤ ਪੀਵੇ। ਜਿਹਨੇ ਸੱਚਾ ਅੰਮ੍ਰਿਤ ਆਤਮਾ ਆਨੰਦ ਨਾਮ ਜਪਿਆ, ਤਿਨਾਂ ਨੂੰ ਜਨਮ ਮਰਨ ਨਹੀਂ ਵਿਆਪਦਾ। ਓਏ ਆਪ ਛੁੱਟੇ ਪਰਵਾਰ ਸਿਉ, ਤਿੰਨ ਪਿੱਛੇ ਸਭ ਜਗਤ ਛੁਟੀਵੇ। ਉਹ ਆਤਮਾ ਆਨੰਦੀ ਪੁਰਸ਼ ਆਪ ਜਨਮ ਮਰਨ ਬੰਧਾਂ ਪਰਿਵਾਰ ਸਹਿਤ ਛੁੱਟ ਗਏ, ਤਿੰਨਾਂ ਦੇ ਪਿੱਛੇ ਸਾਰਾ ਜਗਤ ਛੁੱਟ ਗਿਆ। ਭਾਵ ਹੈ ਕਿ ਜੋ ਉਹਨਾਂ ਦੇ ਸੰਬੰਧੀ, ਜੋ ਉਹਨਾਂ ਦੀ ਕਿਰਪਾ ਅਤੇ ਸ਼ੁਭ ਮਾਰਗ ਵਿੱਚ ਪ੍ਰਵਿਰਤ ਹੋ ਕੇ ਗਿਆਨ ਨੂੰ ਪਾ ਕੇ ਛੁੱਟੇ ਔਰ ਜਗਿਆਸਾ ਧਾਰ ਕੇ ਸ਼ਰਣੇ ਆਏ, ਸੋ ਵੀ ਤਿੰਨਾਂ ਦੇ ਪਿੱਛੇ ਜਗਤ ਤੋਂ ਛੁੱਟ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਸ ਇੱਕ ਕਾਜੀ ਨੇ ਨਿਮਰਤਾ ਸਹਿਤ 6 ਬਚਨ ਕੀਤੇ, ਬੇਨਤੀਆਂ ਕੀਤੀਆਂ, ਸਵਾਲ ਕੀਤੇ ਕਿ ਗੁਰੂ ਜੀ ਖੁਦਾ ਨੇ ਉਮਤ ਕੈਸੇ ਪੈਦਾ ਕੀਤੀ ਔਰ ਖੁਦਾ ਦੇ ਬੰਦਿਆਂ ਦਾ ਲੱਖਣ ਕਿਆ? ਖੁਦਾ ਦੀ ਕੀਮਤ ਕਿਸੇ ਨੇ ਪਾਈ ਹੈ ਜਾਂ ਨਹੀਂ? ਜੇਕਰ ਪਾਈ ਹੈ ਤਾਂ ਤਾਬੋ ਇਤਨੀ ਕੁ ਹੈ। ਸ਼ਰਾਂ ਵਾਲੇ ਤਾਂ ਸ਼ਰਾਂ ਵਿੱਚ ਰਹਿਣਾ ਉੱਤੋਂ ਮੰਨਦੇ ਨੇ, ਸ਼ਰਾਂ ਸੇ ਖੁਦਾ ਨੂੰ ਪਾਉਂਦੇ ਨਹੀਂ ਜਾਣਾ। ਸਿਜਦਾ ਕੌਣ ਸਾ ਹੈ ਜਿਸ ਕਰਕੇ ਜੀਵ ਖੁਦਾ ਨੂੰ ਪ੍ਰਗਟ ਦੇਖ ਲਵੇ? ਸਿਜਦਾ ਕਿਹੜਾ ਹੈ? ਐਸਾ ਸਿਜਦਾ ਕਿਹੜਾ ਜਿਸ ਕਰਕੇ ਜੀਵ ਖੁਦਾ ਨੂੰ ਪ੍ਰਗਟ ਦੇਖ ਲਵੇ? ਕਰਮ ਪੂਰਵਕ ਤਿੰਨਾਂ ਦਾ ਉੱਤਰ ਦਿੰਦੇ ਹੋਏ ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ। ਸਲੋਕ ਮਹਲਾ ਪਹਿਲਾ, ਕੁਦਰਤ ਕਰ ਕੇ ਵਸਿਆ ਸੋਏ। ਪਾਤਸ਼ਾਹ ਕਹਿਣ ਲੱਗੇ, ਮਾਇਆ ਦੁਆਰੇ ਸ੍ਰਿਸ਼ਟੀ ਨੂੰ ਰਚ ਕੇ ਇਸ ਵਿੱਚ ਜੋ परमेश्वर वसया है मेरा वाहिगुरु, जिसमें शंका है कि व्यापक में प्रवेशता सिद्ध नहीं होती, तो वेद प्रमाण करके प्रवेश सिद्ध है।
ਸਮਾਨ ਰੂਪਤਾ ਕਰਕੇ ਵਿਆਪਕ ਹੈ। ਸ਼ੇਸ਼ ਰੂਪ ਕਰਕੇ ਪ੍ਰਵੇਸ਼ ਵਿੱਚ ਕਛ ਸ਼ੰਕਾ ਹੀ ਨਹੀਂ। ਪਾਤਸ਼ਾਹ ਕਹਿਣ ਲੱਗੇ, ਇਹ ਬਚਨ ਕਹਿਣ ਲੱਗੇ, ਵਕਤ ਵਿਚਾਰੇ ਸੋ ਬੰਦਾ ਹੋਏ। ਜੋ ਪੁਰਸ਼ ਮਨੁੱਖ ਜਨਮ ਦੇ ਸਮੇਂ ਵਿੱਚ ਪਰਮੇਸ਼ਰ ਦਾ ਵਿਚਾਰ ਕਰੇ, ਵਿਚਾਰੀ ਬਣੇ, ਸੋਈ ਭਗਤ ਹੁੰਦਾ ਹੈ। ਕੁਦਰਤ ਹੈ ਕੀਮਤ ਨਹੀਂ ਪਾਈ, ਕੁਦਰਤ ਹੈ ਕੀਮਤ ਨਹੀਂ ਪਾਏ। ਕੁਦਰਤ ਵਾਲਾ ਜੋ ਵਾਹਿਗੁਰੂ ਹੈ, ਤੇਦੀ ਇਹਨਾਂ ਕਰਕੇ ਭਾਈ ਕੀਮਤ ਨਹੀਂ ਪਾਈ ਜਾਂਦੀ। ਭਾਵ ਕਿ ਇਸ ਨੂੰ ਕਿਸੇ ਨੇ ਇਹਨਾਂ ਕਰਕੇ ਜਾਣਿਆ ਹੀ ਨਹੀਂ ਕਿ ਕਿਤਨਾ ਕੋ ਵੱਡਾ ਹੈ। ਜਾ ਕੀਮਤ ਪਾਏ ਤਾਂ ਕਹੀ ਨਾ ਜਾਏ। ਜੇਕਰ ਕੀਮਤ ਪਾਈ, ਭਾਵ ਕਿ ਜਿਸ ਪੁਰਸ਼ ਨੇ ਉਸ ਪਰਮਾਤਮਾ ਨੂੰ ਜਾਣ ਲਿਆ, ਤਾਂ ਉਸੇ ਉਹ ਕਹੀ ਨਹੀਂ ਜਾਂਦੀ। ਆਪ ਸੇ ਅਭਿੰਨ ਹੋਣੇ ਕਰਕੇ ਕਹਿ ਨਹੀਂ ਸਕਦਾ। ਸਰੈ ਸਰੀਅਤ ਕਰੇ ਵਿਚਾਰ। ਜੋ ਪੈਗੰਬਰਾਂ ਦਾ ਤਰੀਕਾ ਹੈ ਸਰੀਅਤ, ਤੇ ਇਸ ਰਸਤੇ ਵਿੱਚ ਚੱਲਣ ਵਾਲੇ ਵਿਚਾਰ ਕਰਦੇ ਨਹੀਂ। ਭਾਵੇਂ ਕਿ ਸਰਾਂ ਵਾਲੇ ਜਦ ਵੀ ਸਰੀਅਤ ਧਰਮ ਸ਼ਾਸਤਰ ਦੁਆਰਾ ਸਰਾਂ ਦਾ ਵਿਚਾਰ ਕਰਦੇ ਨੇ, ਵਿਚਾਰੀ ਨੇ। ਬਿਨ ਬੂਝੈ ਕੈਸੇ ਪਾਵਹਿ ਪਾਰ। ਤੋ ਵੀ ਪ੍ਰਮਾਤਮਾ ਦੇ ਯਥਾਰਥ ਰੂਪ ਜਾਣੇ ਤੋਂ ਬਿਨਾਂ ਸਰਵਦਾ ਪਰਾ ਰੂਪ ਜੋ ਵਾਹਿਗੁਰੂ, ਤੈਨੂੰ ਕਿਵੇਂ ਪਾ ਸਕਦੇ ਨੇ? ਨਹੀਂ ਪਾ ਸਕਦੇ। ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਜੋ ਪਰਮੇਸ਼ਰ ਪਰ ਭਰੋਸਾ ਹੈ ਸਿਦਕ, ਇਹੀ ਪਰਮੇਸ਼ਰ ਦੇ ਅੱਗੇ ਸਿਰ ਨਿਮਰ ਕਰਕੇ, ਭਾਵੇਂ ਕਿ ਵਾਹਿਗੁਰੂ ਦੇ ਅੱਗੇ ਨਮਸਕਾਰ ਕਰ। ਜੋ ਸਿਦਕ ਰੱਖਣਾ, ਵਿਸ਼ਵਾਸ ਗੁਰੂ 'ਤੇ ਭਰੋਸਾ, ਔਰ ਮਨ ਨੂੰ ਮਤਲਬ ਦੇ ਲੈਣੇ ਵਾਲਾ ਕਰ, ਮਕਸੂਦ ਭਾਵੇਂ ਕਿ ਸਿਧਾਂਤ ਦੇ ਲੈਣੇ ਵਾਲਾ ਇਸ ਮਨ ਨੂੰ ਕਰ। ਜੇ ਤੇਰਾ ਦੇਖਾਂ ਤੇ ਤੇਰਾ ਮੌਜੂਦ। ਫਿਰ ਜਿਸ ਤਰਫ ਵੀ ਦੇਖਾਂ ਜਾਵੇਗਾ, ਸੀ ਤਰ ਪਰਮੇਸ਼ਰ ਪ੍ਰਗਟ ਹੀ ਭਾਸੇਗਾ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤਹੁ ਨਾ ਜਾਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਾਸ ਜੀ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਗਰੀਬ ਨਵਾਜ, ਗੁਰੂ ਦਾ ਪ੍ਰੇਮ ਨਿਕਟ ਰਹਿਣੇ ਸੇ ਪ੍ਰਾਪਤ ਹੁੰਦਾ ਜਾਂ ਦੂਰ ਰਹਿਣੇ ਸੇ? ਸਤਿਗੁਰਾਂ ਨੂੰ ਸਿੱਖ ਕਿਵੇਂ ਮਿਲਦਾ? ਉਹਨਾਂ ਦੇ ਆਪ ਪਰਾਓ ਕੋ ਕਿਸੇ ਕਿਵੇਂ ਪਾਉਂਦਾ? ਪਾਤਸ਼ਾਹ ਫਰਮਾਉਂਦੇ ਨੇ, ਮਹਲਾ ਤੀਜਾ ਗੁਰ ਸਭਾ ਏਵਨ ਪਾਈਐ, ਨਾ ਨੇੜੇ ਨਾ ਦੂਰ। ਗੁਰੂ ਦਾ ਸਮਕ ਪ੍ਰੇਮ ਸੋ ਅਬਰ ਭਰਾਏ। ਇਸ ਪ੍ਰਕਾਰ ਕਰਕੇ ਨਿਕਟ ਰਹਿਣੇ ਕਰਕੇ, ਨਾ ਅਤੀ ਅੰਤਰੇ ਸੇ ਰਹਿਣੇ ਕਰਕੇ ਪ੍ਰਾਪਤ ਹੁੰਦਾ, ਭਾਵੇਂ ਦੂਰ ਭਾਵੇਂ ਨਿਕਟ। ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹਿ ਦੂਰ। ਸਤਿਗੁਰੂ ਦਾ ਸਿਧਾਂਤ ਇਸ ਪ੍ਰਕਾਰ ਮਿਲਦਾ ਹੈ, ਅਬਰ ਭਰਾਏ, ਜੋ ਮਨ ਕਰਕੇ ਜੋ ਗੁਰੂ ਦੇ ਹਜ਼ੂਰ ਰਹੇ। ਇਹ ਨਹੀਂ ਕਿ ਤਨ ਇੱਥੇ ਹੈ, ਮਨ ਕਿਤੇ ਹੋਰ। ਮੁਸਦੇ ਵਾਂਗ ਮਰੀਦ ਹੋਏ ਗੁਰ ਗੋਲ ਸਮਾਵੈ। ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ। ਸਾਤੋਂ ਦੀਪ ਸਾਤੋਂ ਹੀ ਸਮੁੰਦਰ, 9 ਖੰਡ, ਚਾਰੋਂ ਵੇਦ 18 ਪੁਰਾਣ ਨੇ, ਜੋ 27 ਸਿਮਰਤੀਆਂ ਨੇ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ। ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਸਭਨਾ ਦੇ ਵਿੱਚ ਤੂੰ ਵਰਤਦਿਆ, ਤੂੰ ਸਭਨਾ ਨੂੰ ਭਾਉਂਦਾ। ਸਭ ਤੁਝੈ ਧਿਆਵੈ ਜੀ ਜੰਤ, ਹਰ ਸਾਰੰਗ ਪਾਣਾ। ਕਿ ਸਾਰੰਗ ਨਾਮੇ ਧਨੱਖ ਦੇ ਧਾਰਨ ਵਾਲੇ ਮੇਰੇ ਵਾਹਿਗੁਰੂ, ਅਸਤੂਲ ਸੂਖਮ ਜੰਤ ਸਭ ਤੈਨੂੰ ਜਪਦੇ ਨੇ। ਜੋ ਗੁਰਮੁਖ ਹਰਿ ਆਰਾਧਦੇ,
ਤਿਨ ਹੋ ਕੁਰਬਾਨਾ। ਇਹ ਵਾਹਿਗੁਰੂ, ਜੋ ਪੁਰਸ਼ ਗੁਰੂ ਦੁਆਰਾ ਤੈਨੂੰ ਜਪਦੇ ਨੇ, ਤਿੰਨਾਂ ਪੁਰਸ਼ਾਂ ਦੀ ਮੈਂ ਕੁਰਬਾਨ ਜਾਂਦਾ ਸਾਂ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਤੂੰ ਆਪ ਹੀ ਆਪ ਵੱਡੇ ਅਚਰਜ ਤਮਾਸ਼ੇ ਕਰਕੇ ਮੇਰੇ ਵਾਹਿਗੁਰੂ ਵਰਤਦੇ ਆ। ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਬਿੰਦਵਾਲ ਸਾਹਿਬ ਬਿਰਾਜਮਾਨ ਸਨ। ਕੋਈ ਸ਼ਬਦ ਪ੍ਰੇਮ ਦਾ ਉਚਾਰਨ ਕੀਤਾ, ਇੱਕ ਪ੍ਰੇਮੀ ਸਿੱਖ ਨੂੰ ਬੜਾ ਪਿਆਰਾ ਲੱਗਿਆ। ਦੇ ਲਿਖਣੇ ਵਾਸਤੇ ਆਪਣੇ ਟਹਿਲ ਵਾਲੇ ਨੂੰ ਕਹਿਣ ਲੱਗਾ ਕਿ ਜਾ ਕਰ ਕਲਮ ਦੁਆਤ ਲਿਆ। ਸਤਿਗੁਰਾਂ ਨੇ ਸ਼ਬਦ ਹੀ ਉਚਾਰਿਆ ਹੈ ਲਿਖਣਾ। ਲਿਖ ਲਈਏ ਸ਼ਬਦ। ਪਾਤਸ਼ਾਹ ਨੇ ਫਿਰ ਪਾਵਨ ਬਚਨ ਕਰੇ। ਅੰਤਰਜਾਮੀ ਅੰਤਰ ਦੇ ਪ੍ਰੇਰਕ ਗੁਰੂ ਅਮਰਦਾਸ ਮਹਾਰਾਜ ਜੀ ਜਾਣ ਗਏ। ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ, ਬਚਨ ਕਹਿਣ ਲੱਗੇ। ਸਲੋਕ ਮਹੱਲਾ ਤੀਜਾ, ਅਲੋਮ ਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲਿਓ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਸ਼ਾਹੂਕਾਰ ਅਨਾੜ ਸਿੱਖ ਨੂੰ ਕਿਹਾ, ਕਲੋਮ ਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲਿਓ। ਕਲਮ ਦਵਾਤ ਕਿਆ ਮਗਾਉਣੀ, ਹਿਰਦੇ ਵਿੱਚ ਹੀ ਨੇਚਾ ਕਰਕੇ ਲਿਖ ਲੈ, ਧਾਰਨ ਕਰ ਲੈ। ਸਦਾ ਸਾਹਿਬ ਕੈ ਰੰਗ ਰਹੈ, ਕਬੂ ਨਾ ਟੂਟ ਸਨੇਹੋ। ਜੇਕਰ ਸਦੀਵ ਕਾਲ ਸੁਆਮੀ ਦੇ ਪ੍ਰੇਮ ਦੇ ਵਿੱਚ ਮਸਤ ਰਹੇ ਤੋ ਐਸਾ ਪ੍ਰੇਮ ਕਦੇ ਨਹੀਂ ਟੁੱਟਦਾ। ਕਲੋਮ ਸਾਜਨੀ ਜਾਏ ਸੀ, ਲਿਖਿਆ ਵੀ ਨਾ ਲੈ ਜਾਏ। ਪਾਤਸ਼ਾਹ ਕਹਿਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀ ਪਿਆਰਿਆ, ਕਲੋਮ ਸਾਜਨੀ ਜਾਏ ਸੀ, ਲਿਖਿਆ ਵੀ ਨਾ ਲੈ ਜਾਏ। ਕਲਮ ਦਵਾਤ ਵੀ ਚਲੀ ਜਾਵੇਗੀ, ਲਿਖਿਆ ਹੋਇਆ ਵੀ ਚਲਾ ਜਾਵੇਗਾ। ਇਹ ਸਭ ਮਿਥਿਆ ਰੂਪ ਨੇ। ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚੈ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਸੋ ਪ੍ਰੀਤ ਵਾਹਿਗੁਰੂ ਦੀ ਨਹੀਂ ਜਾਵੇਗੀ ਜੋ ਸੱਚੇ ਨੇ ਧੁਰੋਂ ਪਾ ਛੱਡੀ। ਮਹੱਲਾ ਤੀਜਾ, ਨਦਰੀ ਆਮਦਾ ਨਾਲ ਨਾ ਚੱਲਈ, ਵੇਖੋ ਕੋ ਵਿਓ ਪਾਏ। ਜੋ ਦਿਖਲਾਈ ਦਿੰਦਾ ਹੈ ਸੋ ਸੰਗ ਨਹੀਂ ਜਾਂਦਾ। ਦੇਨਾ ਕਰਕੇ ਵੀ ਭਾਵੇਂ ਕੋਈ ਦੇਖ ਲਵੇ ਵਿਚਾਰ ਕਰਕੇ। ਸਤਿਗੁਰ ਸਚ ਦ੍ਰਿੜਾਇਆ, ਸਚ ਰਹੋ ਲਿਵਲਾਏ। ਪੂਰਬ ਜਗਿਆਸੂਆਂ ਨੂੰ ਸਤਿਗੁਰਾਂ ਨੇ ਸੱਚ ਦਾ ਉਪਦੇਸ਼ ਨਿਸ਼ਚੇ ਕਰਵਾਇਆ ਅਤੇ ਸੱਚ ਦੇ ਵਿੱਚ ਤੁਸੀਂ ਵੀ ਬਿਰਤੀ ਲਾਵੋ। ਨਾਨਕ ਸਭ ਦੀ ਸੱਚ ਹੈ, ਕਰਮੀ ਪੱਲੇ ਪਾਏ। ਸ਼ਬਦ ਵਾਲੇ ਭਾਵ ਸਤਿਗੁਰਾਂ ਦੇ ਪਾਸ ਸੱਚ ਪ੍ਰਾਪਤੀ ਦਾ ਉਪਦੇਸ਼। ਤਾਂ ਤੂੰ ਪੂਰਬ ਜਨਮਾਂ ਦੇ ਉੱਤਮ ਕਰਮਾਂ ਕਰ, ਹਿਰਦੇ ਰੂਪੀ ਪੱਲੇ ਵਿੱਚ ਪੈਂਦਾ। ਬਿਨ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਵੈ। ਪੌੜੀ ਘਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ। ਇਹ ਵਾਹਿਗੁਰੂ ਸਰੀਰ ਦੇ ਅੰਦਰ ਬ੍ਰਹਿਮੰਡ ਵਿੱਚ ਇੱਕ ਤੂੰ ਹੀ, ਸਰਬ ਦੇ ਕਰਮਾਂ ਦਾ ਹਾਲ ਤੂੰ ਹੀ ਜਾਣਦਾ। ਇਹ ਪ੍ਰਭੂ, ਮੈਂ ਆਪਣੇ ਮਨ ਪ੍ਰਤੀ ਐਸੀ ਉਪਦੇਸ਼ ਦਿੰਦਾ ਖਾਂ, ਜੋ ਕੀਚੈ ਸੋ ਹਰਿ ਜਾਣਦਾ, ਮੇਰੇ ਮਨ ਹਰਿ ਚੇਤ। ਜੋ ਕੁਝ ਮਨ ਤਨ ਬਾਣੀ ਕਰਕੇ ਕਰੀਦਾ ਸੋ ਵਾਹਿਗੁਰੂ ਜਾਣਦਾ। ਇਹ ਮੇਰੇ ਮਨ ਤੂੰ ਹਰੀ ਨੂੰ ਸਿਮਰ, ਸੋ ਡਰੈ ਜੇ ਪਾਪ ਗਵਾਵਦਾ, ਧਰਮੀ ਵਿਗਸੇਤ। ਜੋ ਪੁਰਸ਼ ਭੈ ਕਰਦਾ ਹੈ ਸੋ ਪਾਪਾਂ ਨੂੰ ਕਮਾਉਂਦਾ ਹੈ, ਸੋ ਡਰਦਾ ਹੈ। ਧਰਮ ਵਾਲੇ ਪੁਰਸ਼ ਪ੍ਰਸੰਨ ਰਹਿੰਦੇ ਨੇ। ਇਸ ਹੇਤੂ ਕਹਿੰਦੇ ਨੇ, ਤੂੰ ਸੱਚਾ ਆ ਬਣਿਆਓ, ਸੱਚ ਤਾਂ ਡਰੀਐ ਕੇਤ। ਹੇ ਪ੍ਰਭੂ, ਤੂੰ ਆਪ ਸੱਚ ਸਰੂਪ ਹੈ,
तेरा न्याम भी सच्चा है। तो डर किस दा है, क्योंकि भै तो अनुयायी से हुंदा है। जिन्ना नानक सच पछाणिया से सच रलेत। ये सच सूब जिन्हों ने तैनू पहचान लिया जानिया, सो सच सूब विच रल गए, अभेद हो गए। एक कवि ने नवा पुस्तक जिस विच विषयां वकारां दी कीर्ति लिखी सी, सतगुरु गुरु अमरदास महाराज जी की शरण विच आया, लैके आया। परमेश्वर का जस गंध मात्र भी नहीं सी, और गुरु जी के अगे आन रखी वो पुस्तक जो दे के गुरु पातशाह गुरु अमरदास महाराज रोह विच होए, बचन कहन लगे। वो कवि सन्मुख खलोता है, सलोक महला तीजा कलम जलो सन बसवाणी है, कागद भी जल जाओ। जिस विच लिखे सी विषय वकार याद कीर्ति विषयां दी, कि रब का नाम परमेश्वर का जस लिखिया कि पातशाह ने मेरे बचन कहे, कलम जलो सन बसवाणी है, कागज भी जल जाओ। कलम सहित दुहात दे जल जावे, कागज भी जल जावे। लिखण वाला जल बलो, जिन लिखिया दूजा पाओ। लिखारी भी प्रज्वलित हुई अग्नि विच पड़ के दग्ध हो जावे। जिसने परमेश्वर जसते भिन्न दूजा भाओ संसारक विषय रायणी बातां लिखियां ने। नानक पूरब लिखिया कमावण, अबर न करना जाए। पातशाह फरमाउंदे ने गुरु अमरदास महाराज अखीरली तुक विच, भाई पूर्व जन्म के कर्म अनुसार जैसा लेख लिखिया गया तैसा ही जीव अब कमावना करता है, और कुछ अपने आप जीवन से करिया नहीं जाता। तां ते इसदे क्या अधीन है, दे कर्म ही ऐसे माड़े। महला तीजा होर कूड़ पढ़ना कूड़ बोलना, माया नाल प्यार। जिन्हां दा भाई माया नाल प्यार, तिन्हां दा परमेश्वर संबंधी शास्त्रां तो बिना शास्त्रां दा पढ़ना झूठ, बोलना भी झूठ। नानक बिन नावै को थिर नहीं, पढ़ पढ़ होए खुआर। पातशाह फरमाउंदे ने, नानक बिन नावै को थिर नहीं, पढ़ पढ़ होए खुआर। नाम तो बिना कोई पदार्थ थे नहीं भाई, पढ़ पढ़ के जीव खुआर होंदे। पौड़ी हर की वड्याई वड्डी है, हर कीर्तन हर का। हरि की वड्याई बहुत वड्डी है भाई, क्योंकि हरि का जस दुखों का खतता है, दुख खंडन करता है। हर की वड्याई वड्डी है, जा न्याओ है धर्म का। जो धर्म का न्याओ करता है, तां भी भाई हरि की वड्डी वड्याई शोभा है। हर की वड्याई वड्डी है, जा फल है जी का। जीवां दे कर्मां दा फल दिंदा, तां भी हरि की वड्डी वड्याई है। हर की वड्याई वड्डी है, जाना सुनी कहया चुगल का। पातशाह फरमाउंदे ने, जो किसी चुगल का कहया नहीं सुनता, इस करके हरि की वड्डी वड्याई है। हर की वड्याई वड्डी है, पुछया दान देव का। किसी के बिना पूछे ही दान दिंदा, इसी वास्ते परमेश्वर की हरि की वड्डी वड्याई किसी नूं पुछ के दान दी दिंदा। सलोक महला तीजा हौ हौ करती सब मोई, संपो किसै ना नाल।
ਸਾਰੀ ਸ੍ਰਿਸ਼ਟੀ ਵਿੱਚ ਮੈਂ ਕਰਦੀ ਮਰ ਗਈ, ਪਰੰਤੂ ਵਿਭੂਤੀ ਕਿਸੇ ਦੇ ਸਾਥ ਨਹੀਂ ਗਈ। ਦੂਜੈ ਪਾਏ ਦੁਖ ਪਾਇਆ, ਸਭ ਜੋਈ ਜਮ ਕਾਲ। ਦਵੈਤ ਭਾਵ ਵਿੱਚ ਦੁੱਖ ਪਾਇਆ ਭਾਈ, ਸਾਰੀ ਸ੍ਰਿਸ਼ਟੀ ਜਮਕਾਲ ਕਰਨੇ ਵਾਲੇ ਨੇ ਤੱਕੀ ਕਿ ਸਭ ਕਾਲ ਦੇ ਵਸ ਵਿੱਚ ਹੈ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸੰਭਾਲ। ਜੋ ਗੁਰੂ ਦੁਆਰਾ ਸੱਚਾ ਨਾਮ ਸੰਭਾਲਦੇ ਨੇ ਸੋ ਦੁੱਖਾਂ ਤੋਂ ਬਚੇ ਨੇ। ਕਦਲੀ ਵਣ ਰਹਿ ਰਾਜ ਜਿੱਥੇ ਇਸਤਰੀਆਂ ਦਾ ਰਾਜ ਸੀ, ਜਗਤ ਦੇ ਮਾਲਕ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਨੂੰ ਤਾਰਦੇ ਹੋਏ ਗਏ, ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ। ਔਰ ਮਰਦਾਨੇ ਨੇ ਬੇਨਤੀ ਕੀਤੀ, ਗੁਰੂ ਜੀ ਬੜੀ ਭੁੱਖ ਲੱਗੀ ਹੈ, ਹੁਕਮ ਹੋਵੇ ਤਾਂ ਨਗਰ ਵਿੱਚ ਭੋਜਨ ਪਾਵਾਂ। ਪਾਤਸ਼ਾਹ ਨੇ ਰੋਕਿਆ, ਨਾ ਰੁਕਿਆ। ਜਦ ਸ਼ਹਿਰ ਵਿੱਚ ਚਲਾ ਗਿਆ ਤਾਂ ਵੇਖ ਕੇ ਇਸਤਰੀ ਨੇ ਕੌਤਕ ਕੇ ਵਾਸਤੇ ਗਲੇ ਵਿੱਚ ਧਾਗਾ ਬੰਨ੍ਹ ਕੇ ਭੇਡੂ ਬਣਾ ਦਿੱਤਾ। ਗੁਰੂ ਜੀ ਨੇ ਕਿਹਾ, ਭਾਈ ਬਾਲਾ ਜੀ ਮਰਦਾਨਾ ਤਾਂ ਭੇਡੂ ਬਣਿਆ। ਭਾਈ ਬਾਲੇ ਨੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਲੈ ਕੇ ਆਈਏ ਉਸ ਨੂੰ। ਸ਼ਹਿਰ ਵਿੱਚ ਜਾ ਕੇ ਭਾਈ ਬਾਲੇ ਨੂੰ ਫਿਰ ਹੁਕਮ ਦਿੱਤਾ ਗੁਰਦੇਵ ਪਾਤਸ਼ਾਹ ਨੇ ਕਿ ਤੂੰ ਇਸਦੇ ਗਲ ਦਾ ਤੰਤ ਤੋੜ ਦੇ। ਤਬ ਤੰਤ ਤੋੜੀ ਤਾਂ ਮਰਦਾਨੇ ਨੇ ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ। ਇਸਤਰੀਆਂ ਜੋ ਗੁਰੂ ਜੀ ਦੇ ਅੱਗੇ ਭਾਈ ਬਾਲੇ ਦੇ ਤੰਤ ਬੰਨ੍ਹੇ ਆਈਆਂ ਸੀ, ਇਹਨਾਂ ਦੀ ਜੈਸੀ ਕਿਰਿਆ ਸੀ ਤੈਸੀ ਹੀ ਬੰਦ ਹੋ ਗਈ। ਕਿਸੇ ਦੇ ਸਿਰ ਪਰ ਘੜਾ ਸੀ ਜਲ ਦਾ, ਉੱਥੇ ਹੀ ਰੁਕ ਗਿਆ ਜਲ ਦਾ ਘੜਾ, ਉਤਰਿਆ ਹੀ ਨਹੀਂ, ਨਾਲ ਹੀ ਜੁੜ ਗਿਆ ਸੀ ਇਸਦੇ। ਜਿੱਥੇ ਕੋਈ ਇਸਤਰੀ ਬੈਠੀ ਉੱਥੇ ਹੀ ਜੰਮ ਗਈ। ਇਹ ਸਭ ਖਾਸ ਸ਼ਹਿਰ ਵਿੱਚ ਸੁਣਿਆ ਗਿਆ। ਉੱਥੋਂ ਦੀ ਹਾਕਮ ਨੂਰ ਸ਼ਾਹ ਨਾਮ ਕਰਕੇ ਇਸਤਰੀ ਸੀ ਜੋ ਹਾਕਮ ਸੀ, ਉਹ ਸੁਣ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਟਈ, ਅਵੱਗਿਆ ਬਖਸ਼ਾਈ ਕਿ ਸਤਿਗੁਰੂ ਸਾਡੇ ਤੋਂ ਭੁੱਲ ਹੋਈ, ਬਖਸ਼ ਲਵੋ। ਫਿਰ ਪਾਤਸ਼ਾਹ ਨੇ ਸਮੱਤ ਦਿੱਤੀ ਕਿ ਧਰਮਸ਼ਾਲਾ ਬਣਵਾਵੋ, ਹਰੀ ਦਾ ਜਸ ਹਰੀ ਦਾ ਕੀਰਤਨ ਗਾਵੋ। ਉਹ ਸਲੋਕ ਉਚਾਰਨ ਕੀਤਾ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੱਲਾਂ ਕਰਕੇ ਤਾਂ ਅਸੀਂ ਚੰਗੀਆਂ ਬਣੀਆਂ ਹੋਈਆਂ ਨੇ, ਪਰੰਤੂ ਸਾਡੇ ਕਰਤੱਵਾਂ ਕਰਕੇ ਬੁਰੀਆਂ ਨੇ। ਮਨੋ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ। ਮਨ ਕਰਕੇ ਵਿਸ਼ਿਆਂ ਵਿਕਾਰਾਂ ਕਰਕੇ ਅਸ਼ੁੱਧ ਪਾਪਾਂ ਸਵਾ ਅਤੀ ਮਲੀਨ, ਔਰ ਉੱਪਰ ਸੇ ਭੇਖ ਬਣਾ ਕੇ ਉਜਲ ਰੀਸਾ ਕਰੇ ਨਾੜੀਆਂ, ਜੋ ਸੇਵ ਹੈ ਦਰ ਖੜੀਆਂ। ਜੋ ਭਗਤ ਜਨ ਰੂਪ ਇਸਤਰੀਆਂ ਪ੍ਰੇਮ ਦੇ ਦਰ ਵਿੱਚ ਸਥਿਤ ਹੋ ਕੇ ਸੇਵਨ ਕਰਦੀਆਂ ਨੇ, ਤਿਨਾਂ ਦੀਆਂ ਰੀਸਾਂ ਕਰਦੀਆਂ, ਭਾਵ ਕਿ ਤਿਨਾਂ ਦੇ ਸਦੱਸ ਬਣਨਾ ਚਾਹੁੰਦੀਆਂ ਨੇ। ਨਾਲ ਖਸਮੈ ਰਤੀਆਂ ਮਾਣੇ ਸੁਖ ਰਲੀਆਂ। ਉਹ ਪਰਮੇਸ਼ਰ ਨਾਲ ਰਤੀਆਂ ਹੋਈਆਂ ਸੁੱਖ ਅਤੇ ਆਨੰਦ ਭੋਗਦੀਆਂ ਨੇ। ਭਾਈ ਐਸੀ ਅਸ਼ੰਕਾ ਹੋਵੇ ਕਿ ਤਿੰਨਾਂ ਨੇ ਕਿਸ ਪ੍ਰਕਾਰ ਪਤੀ ਨੂੰ ਪਾਇਆ, ਪਾਤਸ਼ਾਹ ਫਰਮਾਉਂਦੇ ਨੇ, ਹੁੰਦਾ ਤਾਣ ਤਾਣੀਆਂ ਰਹੇ ਮਾਨੜੀਆਂ। ਤਾਣ ਹੁੰਦਿਆਂ ਹੋਇਆ ਕਿ ਨਿਰਬਲ ਹੈ, ਨਿਰਵਾਣ ਰਹਿੰਦੀਆਂ ਨੇ, ਭਾਵ ਕਿ ਨਿਰਹੰਕਾਰ ਹੋ ਕੇ ਵਾਹਿਗੁਰੂ ਨੂੰ ਜਪਦੀਆਂ ਨੇ। ਨਾਨਕ ਜਨਮ ਸਕਾਰਤਾ, ਜੇ ਤਿੰਨ ਕੈ ਸੰਗ ਮਿਲਾ। ਜੋ ਤਿੰਨ ਭਗਤ ਜਨਾਂ ਰੂਪ ਇਸਤਰੀਆਂ ਦੇ ਸਾਥ ਮਿਲੇ, ਤਿੰਨ ਪੁਰਸ਼ਾਂ ਦਾ ਜਨਮ ਸਕਾਰਤ ਹੈ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਹੀ ਆਪ ਜਾਲ। तो विखे रूप जल भी आप है और आप ही जीव रूप मछली है, आप ही आ मोह रूप जाल खो दिया। तो आपे जाल बताएगा, आपे विच सेवाल। तो आप ही मोह रूपी जाल जीवा उपर फरा दिंदा है, आप ही विच वे गलानी रूप जाला है, पदार्थां दी लालसा। तू आपे कमल अलिपत है,
ਸਹਿ ਵਿੱਚ ਗੁਲਾਲ। ਇਹ ਵਾਹਿਗੁਰੂ ਤੂੰ ਆਪ ਹੀ ਗਿਆਨਵਾਨ ਰੂਪੀ ਕਮਲ ਨਰਲੇਪ। ਤੇ ਸੈਂਕੜੇ ਹਾਥ ਜਲ ਦੇ ਢਾਓ ਵਿੱਚ ਵੀ ਕਮਲ ਅਸੰਗ ਰਹਿੰਦਾ। ਤੇ ਮਾਇਕ ਪਦਾਰਥਾਂ ਨੂੰ ਭੋਗਦਾ ਵੀ ਅਸੰਗ ਹੈ, ਸਗਨਾ ਆਨੰਦ ਵਾਲਾ ਹੈ। ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਕ ਘੜੀ ਕਰ ਖਿਆਲ। ਜੋ ਤੇਰਾ ਇੱਕ ਨਿਮਕ ਘੜੀ ਮਾਤਰ ਵੀ ਧਿਆਨ ਕਰਦੇ ਨੇ ਮੇਰੇ ਪਾਤਸ਼ਾਹ, ਇਹਨਾਂ ਪੁਰਸ਼ਾਂ ਦੀ ਮੁਕਤ ਗੁਰੂ ਦੁਆਰੇ ਆਪ ਕਰਵਾਉਂਦਾ ਹੈ, ਬਖਸ਼ਿਸ਼ਾਂ ਕਰਦਾ ਹੈ। ਹਰ ਤੁਧੋਂ ਵਾਹਰ ਕਿਛ ਨਹੀਂ, ਗੁਰ ਸਭ ਦੀ ਵੇਖ ਨਿਹਾਲ। ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨ ਕੋਈ ਵੀ ਵਸਤੂ ਨਹੀਂ। ਤੂੰ ਜੋ ਗੁਰੂ ਦੇ ਉਪਦੇਸ਼ੀ ਹੋਏ ਨੇ, ਸੋ ਤੇਰੇ ਕੋ ਸਰਬ ਰੂਪ ਦੇ ਕੇ ਆਨੰਦ ਹੋਏ ਨੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੋਤ